हेलो स्टूडेंट्स, अज अपना नैक्सट टॉपिक है स्ट्रक्चर ऑफ न्यूक्लियस। इस प्रेजेंटेशन दे विच आपां पढ़ांगे कंपोजिशन ऑफ न्यूक्लियस। उसके अंडर दो हाइपोथेसिस ने, प्रोटॉन इलैक्ट्रॉन हाइपोथेसिस, प्रोटॉन न्यूट्रॉन हाइपोथेसिस, दैन डिस्कवरी ऑफ न्यूट्रॉन, आइसोटोप्स, आइसोटोन्स, आइसोबार्स, न्यूक्लियर साइज एंड न्यूक्लियर डेंसिटी। सब तो पहला आप देखांगे कंपोजिशन ऑफ न्यूक्लियस। द स्टडी ऑफ रेडियो एक्टिव डिसइंटीग्रेशन indicates that the emission of alpha, beta and gamma particles or rays to be of nuclear origin। ਅਸੀਂ ਇਸ ਦੇ ਵਿੱਚ ਕੀ ਦੇਖ ਰਹੇ ਹਾਂ ਕਿ ਜਿਹੜੀਆਂ ਰੇਡੀਓ ਐਕਟਿਵ ਡਿਸਇੰਟੀਗ੍ਰੇਸ਼ਨ ਹੁੰਦੀਆਂ ਨੇ, ਜਦੋਂ ਅਸੀਂ ਉਹਨਾਂ ਦੀ ਸਟੱਡੀ ਕਰਦੇ ਹਾਂ, ਉੱਥੋਂ ਸਾਨੂੰ ਕੀ ਇੰਡੀਕੇਟ ਹੋ ਰਿਹਾ ਕਿ ਅਲਫਾ ਪਾਰਟੀਕਲ, ਬੀਟਾ ਪਾਰਟੀਕਲ ਜਾਂ ਫਿਰ ਗਾਮਾ ਰੇਸ ਉਹ ਨਿਊਕਲੀਅਸ ਦੇ ਵਿੱਚੋਂ ਓਰੀਜੀਨੇਟ ਹੁੰਦੇ ਨੇ। ਫਰਦਰ ਸਟੱਡੀ ਆਫ ਆਰਟੀਫਿਸ਼ੀਅਲ ਰੇਡੀਓ ਐਕਟੀਵਿਟੀ ਰਿਵੀਲਡ ਦੈਟ many other particles like protons, neutrons, beta particles and subparticles, they also constitute the nucleus in one or other way। further studies ਤੋਂ ਪਤਾ ਚੱਲਿਆ ਕਿ ਨਿਊਕਲੀਅਸ ਦੇ ਵਿੱਚੋਂ ਸਿਰਫ ਅਲਫਾ, ਬੀਟਾ ਜਾਂ ਗਾਮਾ ਪਾਰਟੀਕਲਸ ਹੀ ਨਹੀਂ ਇਮਿਟ ਹੁੰਦੇ, ਇਸ ਤੋਂ ਇਲਾਵਾ ਉਸਨੂੰ ਹੋਰ ਕਿਹੜੇ ਪਾਰਟੀਕਲਸ ਕੌਂਸਟੀਟਿਊਟ ਕਰਦੇ ਨੇ, ਕਿਹੜੇ ਪਾਰਟੀਕਲਸ ਨਿਊਕਲੀਅਸ ਦੀ ਕੰਪੋਜੀਸ਼ਨ ਦੇ ਵਿੱਚ ਆਉਂਦੇ ਨੇ। ਦੇ ਆਰ ਲਾਈਕ ਪ੍ਰੋਟੋਨਸ, ਨਿਊਟਰੋਨਸ and the main part is that there are subatomic particles are also present inside the nucleus। for example mesons, positron, neutrino and ਇਸ ਤੋਂ ਵੀ ਜ਼ਿਆਦਾ ਹੋਰ ਪਾਰਟੀਕਲਸ ਹੁੰਦੇ ਆ, ਲਾਈਕ ਨਿਊਟਰੀਨੋ ਹੋ ਜਾਏਗਾ, ਐਂਟੀ ਨਿਊਟਰੀਨੋ ਹੋ ਜਾਏਗਾ, ਮੀਜ਼ੋਨਸ ਦੀਆਂ ਵੀ ਫਰਦਰ ਟਾਈਪਸ ਆਉਂਦੀਆਂ ਨੇ। ਸੋ ਇਹ ਜਿਹੜੇ ਸਬ ਪਾਰਟੀਕਲਸ ਨੇ ਇਹ ਵੀ ਨਿਊਕਲੀਅਸ ਨੂੰ ਕੌਂਸਟੀਟਿਊਟ ਕਰਦੇ ਨੇ। So based on these studies, several hypotheses have been put forward about the structure of nucleus। So structure of nucleus ਨੂੰ describe ਕਰਨ ਵਾਸਤੇ ਕੁਝ hypotheses ਨੇ ਜਿਨ੍ਹਾਂ ਨੂੰ ਅਸੀਂ ਸਟੱਡੀ ਕਰਦੇ ਹਾਂ। ਸਭ ਤੋਂ ਪਹਿਲਾਂ ਆਪਾਂ ਜਿਹੜਾ ਹਾਈਪੋਥੇਸਿਸ ਸਟੱਡੀ ਕਰਨਾ that is proton electron hypothesis। according to this hypothesis, the nucleus of an atom of mass number A and atomic number Z is made up of A protons and A minus Z electrons। इस हाइपोथेसिस ਦੇ ਅਕੋਰਡਿੰਗਲੀ ਜਿਹੜਾ ਨਿਊਕਲੀਅਸ ਹੈ ਕਿਸੇ ਵੀ ਐਟਮ ਦਾ ਜਿਸ ਦਾ ਮਾਸ ਨੰਬਰ A ਹੈ ਅਤੇ ਐਟੋਮਿਕ ਨੰਬਰ Z ਹੈ, ਉਸ ਦੇ ਵਿੱਚ A ਪ੍ਰੋਟੋਨਸ ਨੇ ਅਤੇ A ਮਾਈਨਸ Z ਇਲੈਕਟ੍ਰੋਨਸ ਨੇ। ਸੋ ਇਸ ਹਾਈਪੋਥੇਸਿਸ ਦੇ ਅਕੋਰਡਿੰਗਲੀ ਨਿਊਕਲੀਅਸ ਦੇ ਅੰਦਰ ਪ੍ਰੋਟੋਨਸ ਨੇ ਐਂਡ ਇਲੈਕਟ੍ਰੋਨਸ ਨੇ, A ਪ੍ਰੋਟੋਨਸ ਐਂਡ A ਮਾਈਨਸ Z ਇਲੈਕਟ੍ਰੋਨਸ। ਐਜ਼ ਐਟਮ ਇਜ਼ ਨਿਊਟਰਲ, ਕਿਉਂਕਿ ਸਾਨੂੰ ਪਤਾ ਹੈ ਕਿ ਐਟਮ ਨਿਊਟਰਲ ਹੈ, ਤਾਂ ਇਟ ਮਸਟ ਕੰਟੇਨ Z ਮੋਰ ਇਲੈਕਟ੍ਰੋਨਸ। ਤਾਂ ਕਹਿੰਦਾ ਹੁਣ ਐਟਮ ਦੀ ਨਿਊਟਰੈਲਿਟੀ ਨੂੰ ਮੇਨਟੇਨ ਕਰਨ ਵਾਸਤੇ ਉਹਦੇ ਕੋਲ Z ਹੋਰ ਇਲੈਕਟ੍ਰੋਨਸ ਹੋਣੇ ਚਾਹੀਦੇ ਨੇ। they revolve around the nucleus in circular orbits। ਅਤੇ ਜਿਹੜੇ ਉਹ ਮੋਰ ਇਲੈਕਟ੍ਰੋਨਸ ਹੋਣਗੇ ਉਹ ਨਿਊਕਲੀਅਸ ਦੇ ਅਰਾਊਂਡ ਸਰਕੂਲਰ ਔਰਬਿਟਸ ਦੇ ਵਿੱਚ ਰਿਵੋਲਵ ਕਰਨਗੇ। ਬਟ ਦਿਸ ਥਿਊਰੀ ਵਾਜ਼ ਰਿਜੈਕਟਡ ਡਿਊ ਟੂ ਫੋਲੋਇੰਗ ਪ੍ਰੋਬਲਮਸ। ਪਰ ਇਸ ਥਿਊਰੀ ਨੂੰ ਰਿਜੈਕਟ ਕਰ ਦਿੱਤਾ ਗਿਆ ਕਿਉਂਕਿ ਇਸ ਦੀ ਕੁਛ ਡਿਸਕ੍ਰਿਪੈਂਸੀਜ਼ ਸੀਗੀਆਂ। ਤਾਂ ਸਭ ਤੋਂ ਪਹਿਲਾ ਜਿਹੜਾ ਪੁਆਇੰਟ ਹੈ, according to de Broglie and uncertainty principle, if electron exists in nucleus। ਡੀ ਬਰੋਗਲੀ ਅਤੇ ਅਨਸਰਟੀਨਿਟੀ ਪ੍ਰਿੰਸੀਪਲ ਦੇ ਅਕੋਰਡਿੰਗਲੀ ਜੇ ਇਲੈਕਟ੍ਰੋਨ ਨਿਊਕਲੀਅਸ ਦੇ ਵਿੱਚ ਐਗਜ਼ਿਸਟ ਕਰਦਾ, ਪ੍ਰੈਜ਼ੈਂਟ ਹੈ, ਇਟਸ ਐਨਰਜੀ ਮਸਟ ਬੀ ਇਕੁਅਲ ਟੂ 20 to 200 MEV। ਤਾਂ ਉਸ ਇਲੈਕਟ੍ਰੋਨ ਦੀ ਜਿਹੜੀ ਐਨਰਜੀ ਹੈ ਉਹ 20 ਤੋਂ ਲੈ ਕੇ 200 MEV ਤੱਕ ਹੋਣੀ ਚਾਹੀਦੀ ਹੈ ਅਗਰ ਉਹ ਇਲੈਕਟ੍ਰੋਨ ਨਿਊਕਲੀਅਸ ਦੇ ਅੰਦਰ ਹੈ। ਬਟ ਐਨਰਜੀ ਆਫ ਇਮਿਟਡ ਇਲੈਕਟ੍ਰੋਨ ਵਾਜ਼ ਐਕਚੁਅਲੀ 2 to 3 MEV। ਬਟ ਜਿਹੜਾ ਇਲੈਕਟ੍ਰੋਨ ਐਮਿਟ ਹੋ ਰਿਹਾ ਸੀ ਉਸਦੀ ਐਨਰਜੀ ਇਟ ਵਾਜ਼ ਜਸਟ 2 to 3 MEV। ਸੋ ਇੱਥੋਂ ਸਾਨੂੰ ਕੀ ਪਤਾ ਚੱਲਿਆ ਕਿ ਜਿਹੜਾ ਇਲੈਕਟ੍ਰੋਨ ਹੈ ਉਹ ਨਿਊਕਲੀਅਸ ਦੇ ਵਿੱਚ ਐਗਜ਼ਿਸਟ ਨਹੀਂ ਕਰਦਾ। ਸੋ
existence of electron in nucleus is not possible. Second point behind the rejection of this hypothesis is observed values of nuclear spin again rules out the possibility of electron inside nucleus। ਜਿਹੜੀਆਂ ਨਿਊਕਲੀਅਰ ਸਪਿਨ ਦੀਆਂ ਵੈਲਿਊਜ਼ ਸੀਗੀਆਂ, ਹੁਣ ਦੇਖੋ ਇਲੈਕਟ੍ਰੋਨ ਤੁਹਾਨੂੰ ਪਤਾ ਰਿਵੋਲਵ ਕਰਦੇ ਨੇ ਐਜ਼ ਵੈਲ ਐਜ਼ ਉਹਨਾਂ ਦੀ ਸਪਿਨ ਵੀ ਹੁੰਦੀ ਹੈ। ਇਸੇ ਤਰ੍ਹਾਂ ਨਿਊਕਲੀਅਸ ਦੇ ਅੰਦਰ ਜਿਹੜੇ ਨਿਊਕਲੀਓਨਸ ਨੇ ਉਹ ਵੀ ਪਰਟੀਕੂਲਰ ਔਰਬਿਟਸ ਦੇ ਵਿੱਚ ਰਿਵੋਲਵ ਕਰਦੇ ਨੇ ਅਤੇ ਉਹਨਾਂ ਦੀ ਵੀ ਸਪਿਨ ਹੁੰਦੀ ਹੈ। ਸੋ ਉਸੇ ਸਪਿਨ ਦੀ ਇੱਥੇ ਗੱਲ ਕੀਤੀ ਗਈ ਹੈ ਕਿ ਜਿਹੜੀ ਨਿਊਕਲੀਅਰ ਸਪਿਨ ਦੀਆਂ ਵੈਲਿਊਜ਼ ਸੀਗੀਆਂ ਉਹਨਾਂ ਨੇ ਵੀ ਇਲੈਕਟ੍ਰੋਨ ਦੇ ਨਿਊਕਲੀਅਸ ਦੇ ਅੰਦਰ ਹੋਣ ਦੀ ਜਿਹੜੀ ਪੋਸੀਬਿਲਿਟੀ ਸੀ ਉਸਨੂੰ ਖ਼ਤਮ ਕਰਤਾ। ਪੁਆਇੰਟ ਸੀ, ਅਗੇਨ ਐਕਸਪੈਰੀਮੈਂਟਲੀ observed that magnetic movement of nuclei are much smaller than the magnetic movement of electrons। ਅਗੇਨ ਐਕਸਪੈਰੀਮੈਂਟਲੀ ਕੀ ਦੇਖਿਆ ਗਿਆ ਕਿ ਜਿਹੜੀ ਮੈਗਨੈਟਿਕ ਮੂਵਮੈਂਟ ਸੀ ਨਿਊਕਲੀਆਈ ਦੀ ਉਹ ਮੈਗਨੈਟਿਕ ਮੂਵਮੈਂਟ ਆਫ ਇਲੈਕਟ੍ਰੋਨ ਤੋਂ ਬਹੁਤ ਛੋਟੀ ਸੀ। ਅਕੋਰਡਿੰਗ ਟੂ ਦਿਸ ਥਿਊਰੀ ਇਲੈਕਟ੍ਰੋਨ ਪਲੇ ਡਬਲ ਰੋਲ ਵਿਚ ਇਜ਼ ਅਗੇਨ ਨਾਟ ਪੋਸੀਬਲ। ਸੋ ਇਸ ਥਿਊਰੀ ਦੇ ਅਕੋਰਡਿੰਗਲੀ ਕੀ ਹੈ ਕਿ ਇਲੈਕਟ੍ਰੋਨ ਡਬਲ ਰੋਲ ਪਲੇ ਕਰ ਰਿਹਾ ਸੀ, ਕਿਉਂਕਿ ਸਟਾਰਟਿੰਗ ਦੇ ਵਿੱਚ ਆਪਾਂ ਦੇਖਿਆ ਕਿ ਥਿਊਰੀ ਕੀ ਕਹਿ ਰਹੀ ਸੀ ਕਿ A-Z ਇਲੈਕਟ੍ਰੋਨਸ ਨੇ ਨਿਊਕਲੀਅਸ ਦੇ ਵਿੱਚ, ਅਤੇ ਐਟਮ ਦੀ ਨਿਊਟਰੈਲਿਟੀ ਮੇਨਟੇਨ ਕਰਨ ਵਾਸਤੇ Z ਹੋਰ ਇਲੈਕਟ੍ਰੋਨਸ ਜਿਹੜੇ ਨੇ ਉਹ ਨਿਊਕਲੀਅਸ ਦੇ ਬਾਹਰ ਔਰਬਿਟ ਦੇ ਵਿੱਚ ਰਿਵੋਲਵ ਕਰਨਗੇ। ਸੋ ਇਲੈਕਟ੍ਰੋਨ ਜਿਹੜਾ ਉਹ ਡਬਲ ਰੋਲ ਪਲੇ ਕਰ ਰਿਹਾ ਸੀ, ਸੋ ਵਿਚ ਇਜ਼ ਨਾਟ ਪੋਸੀਬਲ। ਹੁਣ ਇਸ ਥਿਊਰੀ ਦੀਆਂ ਜਿਹੜੀਆਂ ਕਮੀਆਂ ਸੀ ਉਹਨਾਂ ਨੂੰ ਪੂਰੀ ਕਰਨ ਵਾਸਤੇ, ਉਹਨਾਂ ਨੂੰ ਦੂਰ ਕਰਨ ਵਾਸਤੇ ਇੱਕ ਹੋਰ ਥਿਊਰੀ ਸਾਡੇ ਕੋਲ ਆਈ, ਪਰ ਉਸ ਥਿਊਰੀ ਨੂੰ ਪੜ੍ਹਨ ਤੋਂ ਪਹਿਲਾਂ ਆਪਾਂ ਸਟੱਡੀ ਕਰਦੇ ਹਾਂ ਡਿਸਕਵਰੀ ਆਫ ਨਿਊਟਰੋਨ। ਨਿਊਟਰੋਨ ਵਾਜ਼ ਡਿਸਕਵਰਡ ਬਾਈ ਚੈਡਵਿਕ ਇਨ 1932। 1932 ਦੇ ਵਿੱਚ ਚੈਡਵਿਕ ਨੇ ਨਿਊਟਰੋਨ ਨੂੰ ਡਿਸਕਵਰ ਕੀਤਾ। ਹੀ observed that when beryllium was bombarded with alpha particles, ਉਸਨੇ ਕੀ ਦੇਖਿਆ ਕਿ ਜਦੋਂ ਬੈਰੀਲੀਅਮ ਨੂੰ ਅਲਫਾ ਪਾਰਟੀਕਲਸ ਦੇ ਨਾਲ ਬੰਬਾਰਡ ਕੀਤਾ ਗਿਆ, ਮਤਲਬ ਅਲਫਾ ਪਾਰਟੀਕਲਸ ਸਟਰਾਈਕ ਕੀਤੇ ਗਏ ਬੈਰੀਲੀਅਮ ਦੇ ਉੱਪਰ, some neutral radiations were emitted which were able to knock out proton from lighter nuclei। ਕਿ ਉਸ ਦੇ ਵਿੱਚੋਂ ਕੁਛ ਨਿਊਟਰਲ ਰੇਡੀਏਸ਼ਨਸ ਨਿਕਲੀਆਂ ਜਿਹੜੀਆਂ ਕਿ ਪ੍ਰੋਟੋਨ ਨੂੰ ਨੌਕਆਊਟ ਕਰਨ ਦੀ ਕੈਪੇਬਿਲਿਟੀ ਰੱਖਦੀਆਂ ਸੀ। ਬਟ ਦੀਜ਼ ਨਿਊਟਰਲ ਪਾਰਟੀਕਲਸ ਕੁਡ ਨਾਟ ਬੀ ਫੋਟੋਨਸ। ਬਟ ਕਹਿੰਦਾ ਕਿ ਜਿਹੜੇ ਨਿਊਟਰਲ ਪਾਰਟੀਕਲਸ ਐਮਿਟ ਹੋ ਰਹੇ ਨੇ ਇਹ ਫੋਟੋਨਸ ਨਹੀਂ ਹੋ ਸਕਦੇ। ਕਿਉਂ? ਕਿਉਂਕਿ ਲਾਜ਼ ਆਫ ਕੰਜ਼ਰਵੇਸ਼ਨ ਆਫ ਐਨਰਜੀ ਐਂਡ ਲਾਅ ਆਫ ਕੰਜ਼ਰਵੇਸ਼ਨ ਆਫ ਮੋਮੈਂਟਮ ਇਹ ਓਬੇ ਨਹੀਂ ਹੋ ਰਹੇ ਸੀ। ਤਾਂ ਕਹਿੰਦਾ ਜਿਹੜੇ ਇਹ ਨਿਊਟਰਲ ਪਾਰਟੀਕਲਸ ਐਮਿਟ ਹੋ ਰਹੇ ਨੇ ਇਹ ਫੋਟੋਨਸ ਨਹੀਂ ਹੋ ਸਕਦੇ। ਫਿਰ ਚੈਡਵਿਕ ਨੇ ਇਹਨਾਂ ਨਿਊਟਰਲ ਪਾਰਟੀਕਲਸ ਨੂੰ ਇੱਕ ਨਾਮ ਦਿੱਤਾ, ਕੀ ਨਾਮ ਸੀ ਉਹ? ਨਿਊਟਰੋਨ। ਸੋ ਚੈਡਵਿਕ ਨੇਮਡ ਦੀਜ਼ ਪਾਰਟੀਕਲਸ ਨਿਊਟਰੋਨ ਐਂਡ ਐਸਟੀਮੇਟਿਡ ਦੇਅਰ ਮਾਸ ਟੂ ਬੀ ਰਫਲੀ ਇਕੁਅਲ ਟੂ ਮਾਸ ਆਫ ਪ੍ਰੋਟੋਨ। ਅਤੇ ਜਿਹੜਾ ਇਹ ਨਿਊਟਰੋਨ ਹੈ ਇਸ ਦਾ ਮਾਸ ਰਫਲੀ ਇਕੁਅਲ ਸੀ ਮਾਸ ਆਫ ਪ੍ਰੋਟੋਨ ਦੇ। ਸੋ ਨਾਓ ਹੁਣ ਅਸੀਂ ਸੈਕਿੰਡ ਹਾਈਪੋਥੇਸਿਸ ਪੜ੍ਹਾਂਗੇ, ਨਿਊਟਰੋਨ ਪ੍ਰੋਟੋਨ ਨਿਊਟਰੋਨ hypothesis। According to this hypothesis, a nucleus of mass number A, atomic number Z, एक nucleus है जिसका mass number A है, atomic number Z है, ਉਸ ਦੇ ਵਿੱਚ Z ਪ੍ਰੋਟੋਨ ਹੋਣਗੇ ਅਤੇ A-Z ਨਿਊਟਰੋਨ ਹੋਣਗੇ। ਜਿਵੇਂ ਪਹਿਲਾਂ ਪ੍ਰੋਟੋਨ ਇਲੈਕਟ੍ਰੋਨ ਹਾਈਪੋਥੇਸਿਸ ਕਹਿ ਰਿਹਾ ਸੀ ਕਿ A-Z ਇਲੈਕਟ੍ਰੋਨ ਨੇ, ਹੁਣ ਇਸ ਥਿਊਰੀ ਦੇ ਅਕੋਰਡਿੰਗਲੀ A-Z ਨਿਊਟਰੋਨ ਨੇ। ਐਜ਼ ਦ ਐਟਮ ਇਜ਼ ਇਲੈਕਟ੍ਰੀਕਲੀ ਨਿਊਟਰਲ, ਕਿਉਂਕਿ ਹੁਣ ਐਟਮ ਜਿਹੜਾ ਉਹ ਨਿਊਟਰਲ ਹੈ। ਸੋ ਨੰਬਰ ਆਫ ਪ੍ਰੋਟੋਨਸ ਆਰ ਇਕੁਅਲ ਟੂ ਨੰਬਰ ਆਫ ਇਲੈਕਟ੍ਰੋਨਸ। ਸੋ ਦਿਸ ਥਿਊਰੀ ਰਿਮੂਵਡ ਆਲ ਡਿਸਕ੍ਰਿਪੈਂਸੀਜ਼ ਆਫ ਪ੍ਰੋਟੋਨ ਇਲੈਕਟ੍ਰੋਨ ਹਾਈਪੋਥੇਸਿਸ। ਹੁਣ ਉਸ ਤੋਂ ਬਾਅਦ ਆਪਾਂ ਕੁਝ ਡੈਫੀਨੇਸ਼ਨਸ ਪੜ੍ਹਾਂਗੇ। ਸਭ ਤੋਂ ਪਹਿਲਾਂ ਇਲੈਕਟ੍ਰੋਨ।
इलैक्ट्रॉन इज अ सब एटॉमिक पार्टिकल, तो उसका सिंबल है ई नेगेटिव या फिर बीटा नेगेटिव। मास ऑफ इलैक्ट्रॉन इज 9.1093 इंटू 10⁻⁻31 kg। Charge on electron is -1.6 into 10⁻⁻19 coulomb. Proton is a positively charged particle and is the symbol of small p, and mass of the proton is 1.6726 into 10⁻⁻27 kg। ਜੇ ਅਸੀਂ ਇਸ ਨੂੰ AMU ਦੇ ਵਿੱਚ ਦੇਖੀਏ and it will be 1.007825 AMU, and the charge on the proton is 1.6021 into 10⁻⁻19 coulomb. Next is neutron, it is a subatomic particle, this the symbol है small n, and ਇਸ ਦੇ ਉੱਪਰ ਕੋਈ ਇਲੈਕਟ੍ਰਿਕ ਚਾਰਜ ਨਹੀਂ ਹੁੰਦਾ ਤੇ ਇਸ ਦਾ ਮਾਸ ਜਿਹੜਾ ਇਟ ਇਜ਼ ਸਲਾਈਟਲੀ ਗ੍ਰੇਟਰ ਦੈਨ ਦੈਟ ਆਫ ਪ੍ਰੋਟੋਨ। ਤੇ ਇਸ ਦੀ ਵੈਲਿਊ ਤੁਸੀਂ ਦੇਖ ਸਕਦੇ ਹੋ ਮਾਸ ਦੀ 1.6749 into 10⁻⁻27 kg or 1.008665 AMU। ਤੁਸੀਂ ਮਾਸ ਆਫ ਪ੍ਰੋਟੋਨ ਐਂਡ ਮਾਸ ਆਫ ਨਿਊਟਰੋਨ ਨੂੰ ਕੰਪੇਅਰ ਕਰ ਸਕਦੇ ਹੋ। ਮਾਸ ਆਫ ਨਿਊਟਰੋਨ ਜਿਹੜਾ ਹੈ ਸਲਾਈਟਲੀ ਗ੍ਰੇਟਰ ਹੈ ਦੈਨ ਦੈਟ ਆਫ ਦਾ ਮਾਸ ਆਫ ਪ੍ਰੋਟੋਨ। ਇਹਨਾਂ ਦੀ ਵੈਲਿਊਜ਼ ਤੋਂ ਸਾਨੂੰ ਜਿਹੜਾ ਹੈ ਇਹ ਆਈਡੀਆ ਹੋ ਰਿਹਾ ਹੈ ਕਿ ਨਿਊਟਰੋਨ ਦਾ ਮਾਸ ਸਲਾਈਟਲੀ ਜਿਹੜਾ ਹੈ ਜ਼ਿਆਦਾ ਮਾਸ ਆਫ ਪ੍ਰੋਟੋਨ ਦੇ ਨਾਲ। ਨੈਕਸਟ ਡੈਫੀਨੇਸ਼ਨ ਇਜ਼ ਐਟੋਮਿਕ ਨੰਬਰ। Atomic number of an element is the number of protons present inside the nucleus of an atom। सो जिन्ने protons होणगे ਉਹੀ ਜਿਹੜਾ ਹੈ atomic number ਹੋਏਗਾ ਐਟਮ ਦਾ, ਤੇ ਇਸ ਨੂੰ ਅਸੀਂ Z ਦੇ ਨਾਲ ਡਿਨੋਟ ਕਰਦੇ ਹਾਂ। mass number of an element is the total number of protons and neutrons present inside the atomic nucleus। ਜੇ ਅਸੀਂ mass number calculate ਕਰਨਾ ਹੈ ਤਾਂ ਟੋਟਲ ਕਰਾਂਗੇ ਅਸੀਂ ਪ੍ਰੋਟੋਨਸ ਐਂਡ ਨਿਊਟਰੋਨਸ ਦਾ, ਜਿੰਨੇ ਟੋਟਲ ਨੰਬਰ ਆਫ ਨਿਊਟਰੋਨਸ ਐਂਡ ਪ੍ਰੋਟੋਨਸ ਪ੍ਰੈਜੈਂਟ ਹੋਣਗੇ ਐਟੋਮਿਕ ਨਿਊਕਲੀਅਸ ਦੇ ਵਿੱਚ ਉਹੀ ਜਿਹੜਾ ਹੈ ਐਲੀਮੈਂਟ ਦਾ ਮਾਸ ਨੰਬਰ ਹੋਏਗਾ। ਇਸ ਨੂੰ ਅਸੀਂ ਡਿਨੋਟ ਕਰਦੇ ਹਾਂ ਕੈਪੀਟਲ A ਦੇ ਨਾਲ। ਨਿਊਕਲੀਆਈਡ ਇਜ਼ ਅ ਸਪੈਸੀਫਿਕ ਨਿਊਕਲੀਅਸ ਆਫ ਐਨ ਐਟਮ ਵਿਦ ਅ ਸਪੈਸੀਫਿਕ ਨੰਬਰ ਆਫ ਪ੍ਰੋਟੋਨਸ ਐਂਡ ਨਿਊਟਰੋਨਸ ਇਨ ਦਾ ਨਿਊਕਲੀਅਸ। ਸੋ ਨਿਊਕਲੀਆਈਡ ਕੀ ਹੈ? ਇੱਕ ਸਪੈਸੀਫਿਕ ਨਿਊਕਲੀਅਸ ਹੈ ਐਟਮ ਦਾ ਜਿਸ ਦੇ ਵਿੱਚ ਸਪੈਸੀਫਿਕ ਨੰਬਰ ਆਫ ਪ੍ਰੋਟੋਨਸ ਐਂਡ ਨਿਊਟਰੋਨਸ ਪ੍ਰੈਜੈਂਟ ਹੁੰਦੇ ਨੇ, ਐਂਡ ਇਸ ਨੂੰ ਅਸੀਂ ਡਿਨੋਟ ਕਰਦੇ ਹਾਂ, ਤੁਸੀਂ ਦੇਖ ਸਕਦੇ ਹੋ ਕੈਪੀਟਲ X, ਸਬਸਕ੍ਰਿਪਟ Z ਐਂਡ ਸੁਪਰਸਕ੍ਰਿਪਟ A, ਵੇਅਰ A ਇਜ਼ ਦਾ ਮਾਸ ਨੰਬਰ, Z ਇਜ਼ ਐਟੋਮਿਕ ਨੰਬਰ। ਐਂਡ ਹੁਣੇ ਆਪਾਂ ਪੜ੍ਹ ਕੇ ਆਏ ਹਾਂ ਕਿ ਐਟੋਮਿਕ ਨੰਬਰ ਅਸੀਂ ਕਿਵੇਂ ਫਾਈਂਡ ਕਰਦੇ ਹਾਂ? ਜਿੰਨੇ ਨੰਬਰ ਆਫ ਪ੍ਰੋਟੋਨਸ ਪ੍ਰੈਜੈਂਟ ਹੁੰਦੇ ਨੇ। ਸੋ Z ਇਜ਼ ਐਟੋਮਿਕ ਨੰਬਰ ਇਕੁਅਲ ਟੂ ਨੰਬਰ ਆਫ ਪ੍ਰੋਟੋਨਸ, ਐਂਡ ਅਗਰ A ਮਾਈਨਸ Z ਅਸੀਂ ਕੈਲਕੂਲੇਟ ਕਰਾਂਗੇ then we will get number of neutrons present inside the nucleus। for example मैं इत्थे सोडियम लिया है 22 मास नंबर है जिसनों मैं A दे नाल डिनोट कर रही हूँ, A इक्वल टू 22। so number of protons present is 11 and neutrons कैलकुलेट करने हैं A minus Z and it is equal to 11। then comes isotopes, isotones and isobars। सब तो पहला आप isotopes देख रहे हैं। the atoms of an element which have same atomic number but different mass number are called isotopes। element ਦੇ ਉਹ atoms, the atoms of an element ਦੇ ਉਹ ਐਟਮ ਜਿਨ੍ਹਾਂ ਦਾ ਅਟੋਮਿਕ ਨੰਬਰ ਸੇਮ ਹੋਏਗਾ ਬਟ ਮਾਸ ਨੰਬਰ ਡਿਫਰੈਂਟ ਹੋਏਗਾ ਉਸ ਨੂੰ ਅਸੀਂ ਆਈਸੋਟੋਪਸ ਕਹਾਂਗੇ। all isotopes of a given element have same number of protons, ਕਿਉਂਕਿ ਸਾਨੂੰ ਪਤਾ ਹੈ ਕਿ ਅਟੋਮਿਕ ਨੰਬਰ ਨੂੰ ਅਸੀਂ ਕਿਵੇਂ ਫਾਈਂਡ ਕਰਦੇ ਹਾਂ? ਨੰਬਰ ਆਫ ਪ੍ਰੋਟੋਨਸ ਦੇ ਨਾਲ। ਸੋ all isotopes
of a given element they will have same number of protons but different number of neutrons। ਤੁਸੀਂ ਦੇਖ ਸਕਦੇ ਹੋ ਮੈਂ H ਹਾਈਡਰੋਜਨ ਦੇ ਆਈਸੋਟੋਪਸ ਲਿਖੇ ਨੇ, ਇੱਕ ਦਾ ਮਾਸ ਨੰਬਰ 1 ਹੈ, ਦੈਨ H2 ਐਂਡ H3। ਮਾਸ ਨੰਬਰ ਡਿਫਰੈਂਟ ਹੈ ਬਟ ਅਟੋਮਿਕ ਨੰਬਰ ਸਾਰਿਆਂ ਦਾ ਸੇਮ ਹੈ, ਦੈਟ ਇਜ਼ 1। Isotones, the atoms whose nuclei have same number of neutrons are called isotones। ਉਹ ਐਟਮਸ ਜਿਨ੍ਹਾਂ ਦੇ ਨਿਊਕਲੀਅਸ ਦੇ ਵਿੱਚ ਸੇਮ ਨੰਬਰ ਆਫ ਨਿਊਟਰੋਨਸ ਹੁੰਦੇ ਨੇ ਉਹਨਾਂ ਨੂੰ ਅਸੀਂ ਆਈਸੋਟੋਨਸ ਕਹਿੰਦੇ ਹਾਂ। ਐਗਜ਼ਾਮਪਲ ਤੁਸੀਂ ਦੇਖ ਸਕਦੇ ਹੋ, ਕਲੋਰੀਨ ਲਿਖੀ ਹੈ ਮੈਂ ਐਂਡ ਪੋਟਾਸ਼ੀਅਮ ਜਿਸਨੂੰ K ਦੇ ਨਾਲ ਡਿਨੋਟ ਕੀਤਾ। ਇਹਨਾਂ ਦੋਨੋਂ ਐਟਮਸ ਦੇ ਨਿਊਕਲੀਅਸ ਦੇ ਵਿੱਚ ਸੇਮ ਨੰਬਰ ਆਫ ਨਿਊਟਰੋਨਸ ਨੇ। ਜਦੋਂ ਤੁਸੀਂ ਫਾਰਮੂਲਾ ਲਗਾਓਗੇ, ਅਗਰ ਆਪਾਂ ਕਲੋਰੀਨ ਦੀ ਗੱਲ ਕਰਦੇ ਹਾਂ ਜਿਸਨੂੰ ਮੈਂ Cl ਦੇ ਨਾਲ ਡਿਨੋਟ ਕਰ ਰਹੀ ਹਾਂ, ਆਪਾਂ ਨੰਬਰ ਆਫ ਨਿਊਟਰੋਨਸ ਕਿਵੇਂ ਕੈਲਕੂਲੇਟ ਕਰਦੇ ਹਾਂ? ਮਾਸ ਨੰਬਰ ਮਾਈਨਸ ਅਟੋਮਿਕ ਨੰਬਰ A ਮਾਈਨਸ Z। ਜਦੋਂ ਤੁਸੀਂ 37 ਦੇ ਵਿੱਚੋਂ 17 ਮਾਈਨਸ ਕਰੋਗੇ ਇਟ ਵਿਲ ਬੀ 20। ਐਂਡ ਫॉर potassium which is denoted by K, if you subtract 19 from 39 you will again get 20। so it means number of neutrons they are same। ਕਿੰਨੇ ਨੇ ਉਹ? 20। so the atoms whose nuclei have same number of neutrons they are called isotones। next is isobar, the atoms which have same mass number but different atomic number। ਉਹ ਐਟਮਸ ਜਿਨ੍ਹਾਂ ਦਾ ਮਾਸ ਨੰਬਰ ਸੇਮ ਹੈ ਬਟ ਅਟੋਮਿਕ ਨੰਬਰ ਡਿਫਰੈਂਟ ਹੈ ਉਹਨਾਂ ਨੂੰ ਅਸੀਂ ਆਈਸੋਬਾਰ ਕਹਾਂਗੇ। ਐਗਜ਼ਾਮਪਲ ਦੇਖ ਸਕਦੇ ਹੋ, ਸੋਡੀਅਮ ਮਾਸ ਨੰਬਰ 22, ਨਿਓਨ ਮਾਸ ਨੰਬਰ 22, ਮਾਸ ਨੰਬਰ is same but atomic number is different। for the sodium Z is 11 and for neon Z is 10। they are isobars। next comes nuclear size। the size of nucleus has been measured with the help of variety of experiments involving the scattering of particles such as neutron, protons and electrons etc। ਨਿਊਕਲੀਅਸ ਦੇ ਸਾਈਜ਼ ਨੂੰ ਮੈਜਰ ਕਰਨ ਵਾਸਤੇ ਕਾਫੀ ਐਕਸਪੈਰੀਮੈਂਟ ਕੀਤੇ ਗਏ ਜਿਨ੍ਹਾਂ ਦੇ ਵਿੱਚ ਸਕੈਟਰਿੰਗ ਆਫ ਪਾਰਟੀਕਲਸ ਵੀ ਇਨਵੋਲਵ ਹੈ। ਅਤੇ ਪਾਰਟੀਕਲਸ ਕਿਹੜੇ ਪਾਰਟੀਕਲਸ ਨੇ ਜਿਨ੍ਹਾਂ ਦੀ ਸਕੈਟਰਿੰਗ ਦੇਖੀ ਗਈ? ਨਿਊਟਰੋਨਸ, ਪ੍ਰੋਟੋਨਸ ਐਂਡ ਇਲੈਕਟ੍ਰੋਨਸ। ਸੋ ਫਰੋਮ ਆਲ ਥੀਜ਼ ਐਕਸਪੈਰੀਮੈਂਟਸ, ਇਹਨਾਂ ਸਾਰੇ ਐਕਸਪੈਰੀਮੈਂਟਸ ਤੋਂ ਅਸੀਂ ਕੀ ਫਾਈਂਡ ਕੀਤਾ? that the volume of nucleus is directly proportional to number of nucleons constituting the nucleus। ਅਸੀਂ ਇਹਨਾਂ ਸਾਰੇ ਐਕਸਪੈਰੀਮੈਂਟਸ ਤੋਂ ਫਾਈਨਲੀ ਇਹ ਕਨਕਲੂਡ ਕੀਤਾ ਕਿ ਜਿਹੜਾ ਵੋਲਿਊਮ ਆਫ ਨਿਊਕਲੀਅਸ ਹੈ ਉਹ ਡਾਇਰੈਕਟਲੀ ਪ੍ਰਪੋਰਸ਼ਨਲ ਹੈ ਟੂ ਦਾ ਨੰਬਰ ਆਫ ਨਿਊਕਲੀਓਨਸ, ਜਾਂ ਤੁਸੀਂ ਕਹਿ ਲਓ ਡਾਇਰੈਕਟਲੀ ਪ੍ਰਪੋਰਸ਼ਨਲ ਟੂ ਦਾ mass number। so volume of the nucleus is directly proportional to the mass number। if R is the radius of nucleus having mass number A, ਸਾਡੇ ਕੋਲ ਇੱਕ ਨਿਊਕਲੀਅਸ ਹੈ, ਜੇ ਉਸ ਨਿਊਕਲੀਅਸ ਦਾ ਰੇਡੀਅਸ R ਹੈ, ਮਾਸ ਨੰਬਰ A ਹੈ, ਤਾਂ ਡੈਫੀਨੇਸ਼ਨ ਕੀ ਕਹਿ ਰਹੀ ਹੈ? that volume of the nucleus is directly proportional to mass number। ਉਹੀ ਚੀਜ਼ ਆਪਾਂ ਇੱਥੇ ਲਿਖੀ ਹੈ। ਅਗਰ ਨਿਊਕਲੀਅਸ ਨੂੰ ਅਸੀਂ ਸਫੀਅਰ ਲੈ ਕੇ ਚੱਲ ਰਹੇ ਹਾਂ, ਨਿਊਕਲੀਅਸ ਇਜ਼ ਅਜ਼ਿਊਮ ਟੂ ਬੀ ਸਫੈਰੀਕਲ ਇਨ ਸ਼ੇਪ, ਸੋ ਸਫੀਅਰ ਦਾ ਵੋਲੀਅਮ ਕਿੰਨਾ ਹੁੰਦਾ? 4/3 πr³ ਐਂਡ ਇਟ ਇਜ਼ ਡਾਇਰੈਕਟਲੀ ਪ੍ਰਪੋਰਸ਼ਨਲ ਟੂ ਮਾਸ ਨੰਬਰ A, ਰਾਈਟ। ਨੈਕਸਟ ਸਟੈਪ ਦੇ ਵਿੱਚ ਜਿਹੜੀਆਂ ਕੌਂਸਟੈਂਟ ਵੈਲਿਊਜ਼ ਸੀਗੀਆਂ ਅਸੀਂ ਉਹਨਾਂ ਨੂੰ ਇਗਨੋਰ ਕਰਤਾ। 4/3 ਐਂਡ π ਇਹ ਦੋਵੇਂ ਕੀ ਹੈ? ਕੌਂਸਟੈਂਟ ਹੈ। ਐਂਡ R is now directly proportional to A raised to the power 1/3। ਨੈਕਸਟ ਸਟੈਪ ਦੇ ਵਿੱਚ ਅਸੀਂ ਪ੍ਰਪੋਰਸ਼ਨੈਲਿਟੀ ਨੂੰ ਹਟਾਇਆ ਐਂਡ ਇੱਕ ਕੌਂਸਟੈਂਟ ਲਗਾਇਆ R0। ਸੋ R is equal to R0 A raised to the power 1/3।
सो आर नॉट की वैल्यू कितनी है 1.2 इंटू 10⁻⁻15 मीटर, या फिर असी इनू होर की लिख सकते हैं 1.2 फर्मी। सो एटॉमिक न्यूक्लियाई ऑफ डिफरेंट एलीमेंट्स हैव डिफरेंट साइज। सो डिफरेंट एलीमेंट्स दे डिफरेंट न्यूक्लियस दा साइज भी की होगा डिफरेंट होएगा। जिन्ने भी अलग अलग एलीमेंट्स होणगे उन्हां दे जिहड़े एटॉमिक न्यूक्लियस ने उन्हां सारिਆਂ ਦਾ साइज की होएगा डिफरेंट होएगा। नेक्स्ट इज न्यूक्लियर डेंसिटी। इट इज़ द रेशो ऑफ मास ऑफ द न्यूक्लियस टू इट्स वॉल्यूम, बिकॉज डेंसिटी असी डिफाइन करते हैं मास डिवाइडेड बाय वॉल्यूम। सो इत्थे असी न्यूक्लियर डेंसिटी की गल की है। सो इट इज़ द रेशो ऑफ मास ऑफ न्यूक्लियस टू इट्स वॉल्यूम। नैक्सट स्टैप दे विच असी लिखिया है मास ऑफ वन न्यूक्लियन इनटू नंबर ऑफ न्यूक्लियस डिवाइडेड बाय वॉल्यूम ऑफ न्यूक्लियस। हुण मास ऑफ न्यूक्लियस किस दे बराबर है, किवें कैलकुलेट किया असी, एक न्यूक्लियन का मास कितना है उसनों असी मल्टीप्लाई करता टोटल नंबर ऑफ न्यूक्लियस दे नाल, एंड इट इज़ दैन डिवाइडेड बाय वॉल्यूम ऑफ न्यूक्लियस। सो रो इज़ इक्वल टू m इंटू कैपिटल A डिवाइडेड बाय 4πr क्यूब। सो स्मॉल m की है मास ऑफ वन न्यूक्लियन एंड कैपिटल A की है टोटल नंबर ऑफ न्यूक्लियस। So it is divided by volume of nucleus where r is the radius of the nucleus. So ma equal to 4/3 pi r ਦੀ वैल्यू असी इत्थे पुट की है। प्रीवियस स्लाइड दे विच मैं तुहानूं दिखानी है कि r ਦੀ वैल्यू की कैलकुलेट की सी असी, r इक्वल टू r0 a raised to the power 1/3। सो वो वैल्यू असी इत्थे पुट करके की लिख रहे हैं ma डिवाइडेड बाय 4/3 पाई r0 क्यूब a। रीअरेंज किया 3 जिहड़ा है न्यूमरेटर दे विच चलिया गया, a दे नाल a कैंसल आउट हो गया। सो 3m डिवाइडेड बाय 4πr0 क्यूब। हुण असीं इत्थे की देख रहे हैं कि m भी कॉन्सटेंट है, r0 भी कॉन्सटेंट है, 3 4 पाई दीज आर ऑलरेडी कॉन्सटेंट। सो डेंसिटी की है, therefore density of nuclear matter is same for all elements। सो जिन्ने भी एलीमेंट्स होणगे सारिਆਂ ਦੀ ਜਿਹੜੀ न्यूक्लियर डेंसिटी की होएगी वो सेम होएगी, बिकॉज तुसीं तो देख रहे हो कि रो इज़ इक्वल टू 3m/4πr0 क्यूब। सारिया वैल्यूज़ की ने कॉन्सटेंट है, therefore न्यू डेंसिटी ऑफ न्यूक्लियर मैटर इज सेम फॉर ऑल द एलीमेंट्स। इट इज़ इंडिपेंडेंट ऑफ A। अगर असी वैल्यूज़ यूज़ करते हैं m इक्वल टू 1.66 इंटू 10⁻⁻27 kg, r0 1.2 इंटू 10⁻⁻15 kg, then density will be 2.29 इंटू 10⁻17 kg per meter cube। So the density of nuclei of all the atoms is same as it is independent of mass number। ये आपां हुणे पिछे कीती है एक्सप्रैशन तो आप ये देख रहे हैं कि डेंसिटी जिहड़ी है सारे न्यूक्लियस की, जिन्ने भी न्यूक्लियस ने डेंसिटी ऑफ द न्यूक्लियाई ऑफ ऑल द एटम्स इट इज़ सेम, बिकॉज मास नंबर जिहड़ा वो इनवॉल्वड ही नहीं है किते भी। ऑल्सो डेंसिटी इज़ वैरी लार्ज विच मीनस न्यूक्लियस इज़ वैरी डेंसली पैक्ड। हुण साडे कोल एक्सप्रैशन आया 10⁻17 इनवॉल्व है वैल्यू दे विच 2.29 10⁻17 kg पर मीटर क्यूब। तो असीं इत्थों की देख रहे हैं कि डेंसिटी जिहड़ी है बहुत ही ज़्यादा है। इसका मतलब की है कि न्यूक्लियस जिहड़ा वो बहुत ही ज़्यादा डेंसली पैक्ड है।